ਸਤਿ ਸ੍ਰੀ ਅਕਾਲ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਇੱਕ ਬਹੁਤ ਹੀ ਕਮਾਲ ਦੇ ਅਤੇ ਥੋੜੇ ਜਿਹੇ ਵੱਖਰੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਦੇਖੋ, ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਟੈਕਨੋਲੋਜੀ ਦਾ ਬੜਾ ਸ਼ੋਰ ਹੈ ਨਾ? ਚਾਰੇ ਪਾਸੇ ਬਸ ਇਹੀ ਗੱਲਾਂ ਨੇ ਅਤੇ ਬਹੁਤ ਸਾਰੀ ਗੁੰਝਲਦਾਰਤਾ ਵੀ ਹੈ। ਪਰ ਕੀ ਕਦੇ ਸੋਚਿਆ ਹੈ ਕਿ ਇਹ ਸਾਰੇ ਰੌਲੇ ਰੱਪੇ ਨੂੰ ਪਾਸੇ ਕਰਕੇ ਆਪਾਂ ਸਿਰਫ ਪਿਓਰ ਲੌਜਿਕ ਯਾਨੀ ਕਿ ਸ਼ੁੱਧ ਤਰਕ ਤੱਕ ਕਿਵੇਂ ਪਹੁੰਚ ਸਕਦੇ ਹਾਂ? ਬਿਲਕੁਲ ਪਹੁੰਚ ਸਕਦੇ ਹਾਂ। ਅੱਜ ਆਪਾਂ ਵਿਦੋਵਿਜ਼ਮ ਅਤੇ ਬਿਊਟੀ ਬਾਏ ਇਟਸੈਲਫ ਟੈਕਨੋਲੋਜੀ ਵਰਗੇ ਕੁਝ ਬੜੇ ਹੀ ਦਿਲਚਸਪ ਕਨਸੈਪਟਸ ਦੇ ਜ਼ਰੀਏ ਇਹੀ ਸਮਝਾਂਗੇ। ਇਹ ਇੱਕ ਅਜਿਹੀ ਕਲਾ ਹੈ ਜੋ ਸਾਨੂੰ ਦੱਸਦੀ ਹੈ ਕਿ ਗੁੰਝਲਦਾਰ ਜਾਣਕਾਰੀ ਨੂੰ ਬਿਲਕੁਲ ਸਰਲ ਅਤੇ ਸਪਸ਼ਟ ਕਿਵੇਂ ਬਣਾਉਣਾ ਹੈ। ਤਾਂ ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ। ਅੱਜ ਦੇ ਇਸ ਸਫ਼ਰ ਨੂੰ ਆਪਾਂ ਮੁੱਖ ਤੌਰ ਤੇ 4 ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾਂ ਆਪਾਂ ਦੇਖਾਂਗੇ ਸਪਸ਼ਟਤਾ ਦੀ ਭਾਲ, ਫਿਰ ਗੱਲ ਕਰਾਂਗੇ ਗਰਾਊਂਡਡ ਫਰੇਮਵਰਕ ਦੀ, ਉਸ ਤੋਂ ਬਾਅਦ ਨਵੇਂ ਮੈਟ੍ਰਿਕਸ ਬਣਾਉਣ ਬਾਰੇ ਸਮਝਾਂਗੇ ਅਤੇ ਅਖੀਰ ਵਿੱਚ ਲਾਜੀਕਲ ਇਮਿਊਨ ਸਿਸਟਮ ਬਾਰੇ। ਤਾਂ ਸਿੱਧਾ ਉਹਨੇ ਆਪਣੇ ਪਹਿਲੇ ਭਾਗ ਤੇ ਸਪਸ਼ਟਤਾ ਦੀ ਭਾਲ, ਯਾਨੀ ਕਿ ਇਹ ਜੋ ਵਾਧੂ ਦਾ ਸ਼ੋਰ ਹੈ, ਇਸ ਨੂੰ ਹਟਾਉਣ ਦੀ ਕਲਾ ਅਸਲ ਵਿੱਚ ਕੀ ਹੈ? ਹੁਣ ਇੱਥੇ ਇੱਕ ਬੜਾ ਹੀ ਦਿਲਚਸਪ ਅਤੇ ਸ਼ਾਇਦ ਸੁਣਨ ਵਿੱਚ ਥੋੜਾ ਅਜੀਬ ਲੱਗਣ ਵਾਲਾ ਸ਼ਬਦ ਸਾਹਮਣੇ ਆਉਂਦਾ ਹੈ, ਬਿਊਟੀ ਬਾਏ ਇਟਸੈਲਫ ਫਿਨੋਲੋਜੀ। ਸੋਚਣ ਵਾਲੀ ਗੱਲ ਹੈ ਕਿ ਇਹ ਆਖਿਰ ਹੈ ਕੀ? ਸਰੋਤ ਮੁਤਾਬਕ ਇਸ ਦਾ ਅਰਥ ਬਹੁਤ ਡੂੰਘਾ ਹੈ। ਇਹ ਉਹ ਅਵਸਥਾ ਹੈ ਜਦੋਂ ਤਰਕ ਯਾਨੀ ਕਿ ਤੁਹਾਡਾ ਲੌਜਿਕ ਆਪਣੇ ਆਪ ਨੂੰ ਸਾਬਿਤ ਕਰਨਾ ਬੰਦ ਕਰ ਦਿੰਦਾ ਹੈ ਅਤੇ ਬਸ ਉਹ ਹੁੰਦਾ ਹੈ। ਮਤਲਬ ਅਸਲ ਸਪਸ਼ਟਤਾ ਉਦੋਂ ਮਿਲਦੀ ਹੈ ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਸਾਨੂੰ ਬਹੁਤ ਸਾਰੀਆਂ ਫालतू ਪਰਤਾਂ ਜਾਂ ਭਾਰੀ ਭਰਕਮ ਸ਼ਬਦਾਂ ਦੀ ਲੋੜ ਹੀ ਨਹੀਂ ਪੈਂਦੀ। ਤਰਕ ਇੰਨਾ ਸਿੱਧਾ ਹੁੰਦਾ ਹੈ ਕਿ ਉਹ ਆਪਣੇ ਆਪ ਵਿੱਚ ਹੀ ਮੁਕੰਮਲ ਅਤੇ ਸੁੰਦਰ ਲੱਗਣ ਲੱਗ ਪੈਂਦਾ ਹੈ ਨਾ? ਕਮਾਲ ਦੀ ਗੱਲ। ਇਸੇ ਸੰਦਰਭ ਵਿੱਚ ਸਰੋਤ ਸਮੱਗਰੀ ਵਿੱਚੋਂ ਲਿਆ ਗਿਆ ਇੱਕ ਬਹੁਤ ਹੀ ਸ਼ਕਤੀਸ਼ਾਲੀ ਹਵਾਲਾ ਆਉਂਦਾ ਹੈ। ਮੈਂ ਮੈਟ੍ਰਿਕਸ ਤੇ ਨਹੀਂ ਚੱਲਦਾ, ਮੈਂ ਚੱਲਣ ਲਈ ਮੈਟ੍ਰਿਕਸ ਬਣਾਉਣਾ ਹਾਂ। ਇਹ ਕੋਈ ਆਮ ਗੱਲ ਨਹੀਂ ਹੈ ਦੋਸਤੋ, ਇਹ ਦਰਅਸਲ ਇੱਕ ਮਾਨਸਿਕ ਤਬਦੀਲੀ ਹੈ। ਮਤਲਬ ਦੂਜਿਆਂ ਦੇ ਬਣਾਏ ਐਲਗੋਰਿਦਮ ਜਾਂ ਤੈਅ ਕੀਤੇ ਪੈਮਾਨਿਆਂ ਦੇ ਪਿੱਛੇ ਭੱਜਣ ਦੀ ਬਜਾਏ ਆਪਣੀ ਸਫਲਤਾ ਦੇ ਮਾਪਦੰਡ ਖੁਦ ਤੈਅ ਕਰਨਾ। ਇੱਕ ਤਰ੍ਹਾਂ ਨਾਲ ਇਹ ਸਾਨੂੰ ਕਿਸੇ ਬਣੇ ਬਣਾਏ ਸਿਸਟਮ ਦਾ ਗੁਲਾਮ ਬਣਨ ਤੋਂ ਰੋਕਦਾ ਹੈ। ਪਰ ਆਪਾਂ ਇਹ ਕਰ ਕਿਵੇਂ ਸਕਦੇ ਹਾਂ? ਇਸ ਸਭ ਨੂੰ ਅਮਲ ਵਿੱਚ ਲਿਆਉਣ ਲਈ ਨੰਗੇ ਪ੍ਰਤੀਬਿੰਬ ਯਾਨੀ ਕਿ ਅੰਗਰੇਜ਼ੀ ਵਿੱਚ ਕਹੀਏ ਤਾਂ ਦ ਨੇਕਡ ਰਿਫਲੈਕਸ਼ਨ ਦੇ 3 ਬੜੇ ਅਹਿਮ ਕਦਮ ਨੇ। ਪਹਿਲਾ, ਤਰਕ ਯਾਨੀ ਕਿ ਸਹੀ ਸੋਚ ਅਤੇ ਵਿਸ਼ਲੇਸ਼ਣ ਨੂੰ ਸਭ ਤੋਂ ਪਹਿਲਾਂ ਰੱਖਣਾ। ਦੂਜਾ ਕਦਮ ਮੇਰਾ ਪਸੰਦੀਦਾ ਹੈ, ਹੀ ਕਦਮ, ਮਤਲਬ ਬਸ ਹੱਸਣਾ, ਉਹਨਾਂ ਬੇਲੋੜੀਆਂ ਅਤੇ ਗੁੰਝਲਦਾਰ ਪਰਤਾਂ ਤੇ ਹੱਸਣ ਦੀ ਸਮਰੱਥਾ ਜੋ ਬਿਨਾਂ ਵਜ੍ਹਾ ਬਣ ਜਾਂਦੀਆਂ ਨੇ। ਅਤੇ ਤੀਜਾ ਹੈ ਹਮੇਸ਼ਾ ਮਾਣ ਯਾਨੀ ਡਿਗਨਿਟੀ। ਇਹ ਯਕੀਨੀ ਬਣਾਉਂਦਾ ਹੈ ਕਿ ਸਾਡੀ ਹਰ ਇੰਟਰੈਕਸ਼ਨ ਸਾਨੂੰ ਸਪਸ਼ਟਤਾ ਵੱਲ ਲੈ ਜਾਵੇ ਅਤੇ ਇਨਸਾਨੀ ਸੋਚ ਦਾ ਪੂਰਾ ਸਤਿਕਾਰ ਕਰੇ। ਖੈਰ, ਅੱਗੇ ਵਧਦੇ ਹਾਂ ਦੂਜੇ ਭਾਗ ਵੱਲ, ਜੋ ਹੈ ਆਪਣਾ ਗਰਾਊਂਡਡ ਫਰੇਮਵਰਕ, ਜਿਸ ਨੂੰ ਲੈਜੈਂਡ ਆਫ ਲੈਜੈਂਡਸ ਰੈਸਿਪੀ ਵੀ ਕਿਹਾ ਜਾਂਦਾ ਹੈ। ਹੁਣ ਇਹ ਜੋ ਕੰਪਰੈਸ਼ਨ ਪ੍ਰਕਿਰਿਆ ਹੈ, ਇਹ ਬਹੁਤ ਹੀ ਕਾਰਗਰ ਚੀਜ਼ ਹੈ। ਇਸ ਦੇ ਵੀ 3 ਸਿੱਧੇ ਜਿਹੇ ਕਦਮ ਨੇ। ਸਭ ਤੋਂ ਪਹਿਲਾਂ ਇੱਕ ਤੋਹਫਾ ਲੈਣਾ। ਇੱਥੇ ਤੋਹਫੇ ਦਾ ਮਤਲਬ ਹੈ ਕਿਸੇ ਬਹੁਤ ਹੀ ਭਾਰੀ ਜਾਂ ਡਰਾਉਣੇ ਵਿਸ਼ੇ ਨੂੰ ਚੁਣਨਾ, ਜਿਵੇਂ ਮੰਨ ਲਓ AI ਦਾ ਡਰ। ਫਿਰ ਆਉਂਦਾ ਹੈ ਦੂਜਾ ਕਦਮ, ਸਲਾਈਸਿੰਗ। ਇੱਥੇ ਆਪਾਂ ਉਸ ਭਾਰੀ ਵਿਸ਼ੇ ਨੂੰ ਕੱਟ ਛਾਂਟ ਕੇ ਸਿਰਫ ਇੱਕ ਨੰਗੀ ਕੋਰੀ ਸੱਚਾਈ ਤੱਕ ਲਿਆਉਣਾ ਹੈ। ਅਤੇ ਅਖੀਰ ਵਿੱਚ ਤੀਜਾ ਕਦਮ, ਸੁੰਦਰਤਾ, ਜਿੱਥੇ ਉਸ ਸੱਚਾਈ ਨੂੰ ਇੰਨੀ ਸਾਦਗੀ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਸਾਹਮਣੇ ਵਾਲੇ ਨੂੰ ਤੁਰੰਤ ਸਭ ਕੁਝ ਸਮਝ ਆ ਜਾਵੇ। ਸਰੋਤ ਵਿੱਚ ਇਸ ਨੂੰ 1-on-1 ਫ੍ਰੀਕੁਐਂਸੀ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਪੂਰੀ ਦੀ ਪੂਰੀ ਸਪਸ਼ਟਤਾ। ਤੁਸੀਂ ਦੇਖੋ, ਮਨੁੱਖ ਅਤੇ AI ਵਿਚਕਾਰ ਅਸਲ ਤਾਲਮੇਲ ਦਾ ਜਾਦੂ ਆਖਿਰ ਹੈ ਕਿੱਥੇ? ਅਸਲ ਕਮਾਲ ਜਾਂ ਕਹਿ ਲਓ ਵੰਡਰ ਆਫ ਵੰਡਰਸ ਚੀਜ਼ਾਂ ਨੂੰ ਗੁੰਝਲਦਾਰ ਬਣਾਉਣ ਵਿੱਚ ਨਹੀਂ ਹੈ, ਬਿਲਕੁਲ ਨਹੀਂ। ਇਹ ਤਾਂ ਜਾਣਕਾਰੀ ਨੂੰ ਕੰਪਰੈਸ ਕਰਨ ਯਾਨੀ ਸੰਖੇਪ ਅਤੇ ਸਪਸ਼ਟ ਕਰਨ ਵਿੱਚ ਹੈ। ਭਾਰੀ ਭਰਕਮ ਤਕਨੀਕੀ ਸ਼ਬਦਾਂ ਦਾ ਜਾਲ ਬੁਣਨ ਦੀ ਬਜਾਏ ਬਿਲਕੁਲ ਸਿੱਧੀ ਤੇ ਸਰਲ ਗੱਲ ਕਰਨ ਵਿੱਚ ਹੀ ਅਸਲੀ ਤਾਕਤ ਲੁਕੀ ਹੋਈ ਹੈ। ਅਤੇ ਜਦੋਂ ਆਪਾਂ ਇਸ ਸੋਚ ਨੂੰ ਅਸਲ ਜ਼ਿੰਦਗੀ ਵਿੱਚ ਵਰਤਦੇ ਹਾਂ ਤਾਂ ਲੈਪਟਾਪ ਟ੍ਰਾਂਜੀਸ਼ਨ ਪਲਾਨ ਸਾਹਮਣੇ ਆਉਂਦਾ ਹੈ। ਆਪਾਂ ਨੋਟਬੁੱਕ LM ਵਰਗੇ AI ਟੂਲਸ ਨੂੰ ਇੱਕ ਸ਼ੀਸ਼ੇ ਵਾਂਗ, ਇੱਕ ਮਿਰਰ ਵਾਂਗ ਵਰਤਦੇ ਹਾਂ। ਕਹਿਣ ਦਾ ਭਾਵ ਇਹ ਹੈ ਕਿ AI ਨੇ ਜੋ ਜਵਾਬ ਦਿੱਤਾ ਉਸ ਨੂੰ ਅੰਤਿਮ ਸੱਚ ਨਹੀਂ ਮੰਨ ਲੈਣਾ। ਉਸ ਨੂੰ ਬਸ ਕੱਚੀ ਮਿੱਟੀ ਸਮਝੋ, ਜਿਸ ਨੂੰ ਮਨੁੱਖੀ ਤਰਕ ਨਾਲ ਤਰਾਸ਼ ਕੇ ਸਪਸ਼ਟਤਾ ਵਿੱਚ ਬਦਲਿਆ ਜਾ ਸਕੇ। ਇਹ ਸਿਰਫ ਮਸ਼ੀਨ ਤੋਂ ਜਾਣਕਾਰੀ ਲੈਣ ਬਾਰੇ ਨਹੀਂ ਹੈ, ਇਹ ਤਾਂ ਉਸ ਜਾਣਕਾਰੀ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਹੈ। ਚਲੋ ਹੁਣ ਆਉਂਦੇ ਹਾਂ ਆਪਣੇ ਤੀਜੇ ਭਾਗ ਤੇ, ਬਿਲਕੁਲ ਨਵੇਂ ਮੈਟ੍ਰਿਕਸ ਬਣਾਉਣਾ ਜਾਂ ਕਹਿ ਲਓ ਗਰਾਊਂਡਡ ਮੈਟ੍ਰਿਕ ਸ਼ਿਫਟ। ਇਹ ਹਿੱਸਾ ਕਾਫੀ ਜ਼ਰੂਰੀ ਹੈ। ਪੁਰਾਣੇ ਐਲਗੋਰਿਦਮ ਅਤੇ ਵਿਊਜ਼ ਦੇ ਚੱਕਰਾਂ ਵਿੱਚੋਂ ਨਿਕਲ ਕੇ ਹੁਣ ਨਵੇਂ ਤੇ ਇਮਾਨਦਾਰ ਮਾਪਦੰਡ ਅਪਣਾਉਣ ਦਾ ਵੇੜਾ ਆ ਗਿਆ ਹੈ। ਪੁਰਾਣੇ ਮੈਟ੍ਰਿਕਸ ਸਾਨੂੰ ਸਿਰਫ ਵਿਊਜ਼ ਅਤੇ ਐਲਗੋਰਿਦਮ ਦਾ ਗੁਲਾਮ ਬਣਾਉਂਦੇ ਸਨ, ਪਰ ਇਹ ਨਵੇਂ ਮੈਟ੍ਰਿਕਸ ਬਿਲਕੁਲ ਇਮਾਨਦਾਰੀ ਤੇ ਟਿਕੇ ਹੋਏ ਨੇ, ਜਿਵੇਂ ਕਿ ਕੁੱਲ ਰਿਟੈਂਸ਼ਨ ਯਾਨੀ ਕੀ ਵਿਚਾਰ ਪੂਰੀ ਤਰ੍ਹਾਂ ਸਮਝ ਆਇਆ। ਫਿਰ ਮਿਰਰ ਮੈਟ੍ਰਿਕ, ਮਤਲਬ ਕਿ ਇਸ ਤਰਕ ਨੇ ਸਾਡੀ ਆਪਣੀ ਸੋਚ ਨੂੰ ਹੋਰ ਤਿੱਖਾ ਕੀਤਾ
ਅਤੇ ਹਾਂ, ਉਹ ਹੀ ਫੈਕਟਰ ਜਾਂ ਨਮਰਤਾ, ਕੀ ਆਪਾਂ ਇਸ ਸਾਰੀ ਪ੍ਰਕਿਰਿਆ ਦੌਰਾਨ ਬੇਲੋੜੀ ਗੁੰਝਲਦਾਰਤਾ ਤੇ ਹੱਸ ਸਕੇ? ਇਹ ਉਹ ਮਾਪਦੰਡ ਨੇ ਜੋ ਅਸਲ ਵਿੱਚ ਮਨੁੱਖੀ ਸੂਝ ਨੂੰ ਪਹਿਲ ਦਿੰਦੇ ਨੇ। 99.9% ਇਹ ਕੋਈ ਐਵੇਂ ਹੀ ਲਿਖਿਆ ਆਮ ਅੰਕੜਾ ਨਹੀਂ ਹੈ। ਸਰੋਤ ਮੁਤਾਬਿਕ ਇਹਨਾਂ ਨਵੇਂ ਮੈਟ੍ਰਿਕਸ ਦਾ ਅਸਲ ਟੀਚਾ ਹੀ ਹੈ। ਇਹ 99.9% ਤਰਕ ਦੀ ਤਾਰਨ ਸਮਰੱਥਾ ਨੂੰ ਦਰਸਾਉਂਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਸੰਦੇਸ਼ ਇੰਨਾ ਜ਼ਿਆਦਾ ਸਪਸ਼ਟ ਹੈ ਕਿ ਭਾਵੇਂ ਟੂਲਸ ਬਦਲ ਜਾਣ, ਪਲੇਟਫਾਰਮ ਬਦਲ ਜਾਣ, ਤੁਹਾਡੀ ਗੱਲ ਦਾ ਅਸਲ ਅਰਥ ਕਦੇ ਨਹੀਂ ਗੁਆਚਦਾ ਅਤੇ ਉਹ 1-on-1 ਵਾਲੀ ਸਥਿਤੀ ਹਮੇਸ਼ਾ ਬਰਕਰਾਰ ਰਹਿੰਦੀ ਹੈ। ਅਤੇ ਹੁਣ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ ਚੌਥੇ ਭਾਗ ਤੇ, ਲੌਜੀਕਲ ਇਮਿਊਨ ਸਿਸਟਮ, ਯਾਨੀ ਵਿਸ਼ਲੇਸ਼ਣ ਦੇ ਵਿਸ਼ਲੇਸ਼ਣ ਨੂੰ ਕਿਵੇਂ ਬਾਈਪਾਸ ਕਰਨਾ ਹੈ। ਇਸ ਗੱਲ ਦਾ ਸਭ ਤੋਂ ਵਧੀਆ ਤੇ ਸਿੱਧਾ ਸਬੂਤ ਇੱਕ ਤੇਲਗੂ ਸਕ੍ਰਿਪਟ ਦੇ ਢਾਂਚੇ ਤੋਂ ਮਿਲਦਾ ਹੈ। ਇਸ ਦੇ ਬੜੇ ਹੀ ਸਿੱਧੇ 3 ਕਦਮ ਨੇ। ਪਹਿਲਾ ਹੈ ਤਣਾਅ ਪੈਦਾ ਕਰਨਾ, ਯਾਨੀ ਓ ਨੋ ਸਥਿਤੀ, ਜਿਵੇਂ ਲੋਕਾਂ ਨੂੰ ਡਰਾਉਣਾ ਕਿ ਹਾਏ AI ਵਰਕਸ਼ਾਪਾਂ ਆ ਗਈਆਂ, ਹੁਣ ਸਭ ਪਿੱਛੇ ਰਹਿ ਜਾਣਗੇ। ਦੂਜਾ ਕਦਮ ਹੈ ਵਿਆਖਿਆ ਜਾਂ ਯੈਸ ਨੋ, ਜਿੱਥੇ ਸਾਫ਼ ਕੀਤਾ ਜਾਂਦਾ ਹੈ ਕਿ ਭਾਈ AI ਸਿਰਫ ਇੱਕ ਸੰਦ ਹੈ, ਇਨਸਾਨੀ ਤਰਕ ਤੋਂ ਬਿਨਾਂ ਇਹ ਕੁਝ ਵੀ ਨਹੀਂ। ਅਤੇ ਤੀਜਾ ਅੰਤਿਮ ਸਿੱਟਾ, ਜਿੱਥੇ ਡਰ ਦੀ ਥਾਂ ਮਨੁੱਖੀ ਸਿਆਣਪ ਤੇ ਭਰੋਸਾ ਕਰਨ ਦਾ ਸੰਦੇਸ਼ ਮਿਲਦਾ ਹੈ। ਦੇਖਿਆ ਇਹ ਢਾਂਚਾ ਕਿਵੇਂ ਆਸਾਨੀ ਨਾਲ ਡਰ ਵੇਚਣ ਵਾਲੇ ਵਪਾਰ ਨੂੰ ਬਾਈਪਾਸ ਕਰ ਦਿੰਦਾ ਹੈ। ਇਸ ਸਾਰੀ ਗੱਲਬਾਤ ਦਾ ਨਿਚੋੜ ਜਾਂ ਕਹਿ ਲਓ ਮੁੱਖ ਸੰਦੇਸ਼ ਇਸ ਇੱਕ ਲਾਈਨ ਵਿੱਚ ਹੈ। ਆਪਣੀ ਸਿਆਣਪ ਨੂੰ ਕਿਸੇ ਨੂੰ ਨਾ ਵੇਚੋ। ਜਦੋਂ ਤੁਹਾਡੀ ਸਿਆਣਪ ਤੁਹਾਡੇ ਕੋਲ ਰਹਿੰਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਕਨੀਕ ਤੁਹਾਨੂੰ ਹਰਾ ਨਹੀਂ ਸਕਦੀ। ਕਿਆ ਕਮਾਲ ਦੀ ਗੱਲ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਸ ਕੁਝ ਨਵੇਂ AI ਪ੍ਰੌਂਪਟਸ ਰਟ ਲੈਣ ਨਾਲ ਸਭ ਹੱਲ ਨਹੀਂ ਹੋ ਜਾਂਦਾ। ਅਸਲੀ ਤਾਕਤ ਤਾਂ ਸਾਡੇ ਅੰਦਰ ਦੀ ਕੁਦਰਤੀ ਬੁੱਧੀ ਅਤੇ ਤਰਕ ਹੈ। ਤਕਨੋਲੋਜੀ ਤਾਂ ਸਿਰਫ ਇੱਕ ਔਜ਼ਾਰ ਹੈ, ਸਿਆਣਪ ਤਾਂ ਹਮੇਸ਼ਾ ਇਨਸਾਨ ਦੀ ਆਪਣੀ ਰਹੇਗੀ। ਸੋ ਜਦੋਂ ਸਭ ਕੁਝ ਤਿਆਰ ਹੋ ਜਾਂਦਾ ਹੈ ਤਾਂ ਅਖੀਰ ਵਿੱਚ ਇੱਕ ਫਾਈਨਲ ਹੀ ਆਡਿਟ ਹੁੰਦਾ ਹੈ। ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਸਕ੍ਰਿਪਟ ਵਿੱਚ ਜ਼ੀਰੋ ਪਰਤਾ ਹੋਣ, ਯਾਨੀ ਕੋਈ ਫालतू ਗੁੰਝਲਦਾਰ ਤਕਨੀਕੀ ਗੱਲਾਂ ਨਾ ਹੋਣ। ਇਸ ਦਾ ਸਿਰਫ ਇੱਕ ਭਾਵਨਾਤਮਕ ਤੁਰਾ ਹੋਵੇ ਜੋ ਡਰ ਤੋਂ ਸ਼ੁਰੂ ਹੋ ਕੇ ਇਨਸਾਨੀ ਮਾਰ ਤੇ ਖਤਮ ਹੋਵੇ, ਅਤੇ ਇਹ ਇੱਕ ਨੰਗਾ ਡਿਸਪੈਚ ਹੋਵੇ, ਯਾਨੀ ਬਿਲਕੁਲ ਸਿੱਧਾ, ਸਪਸ਼ਟ ਤੇ ਫੋਕਸਡ। ਜੇ ਇਹ ਸਭ ਹੈ ਤਾਂ ਇਹ ਸਾਬਿਤ ਕਰਦਾ ਹੈ ਕਿ ਸੰਦੇਸ਼ ਆਪਣੇ ਨਵੇਂ ਮੈਟ੍ਰਿਕਸ ਤੇ ਬਿਲਕੁਲ ਖਰਾ ਉਤਰਦਾ ਹੈ। ਤਾਂ ਦੋਸਤੋ, ਜਾਂਦੇ ਇਹ ਸਾਰੀ ਚਰਚਾ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਛੱਡ ਕੇ ਜਾਂਦੀ ਹੈ ਕਿ ਇਹ ਇੰਨਾ ਸਪਸ਼ਟ ਹੈ ਕਿ ਤਰਕ ਆਪਣੇ ਆਪ ਬੋਲ ਸਕੇ। ਸੋਚ ਕੇ ਦੇਖੋ, ਜਦੋਂ ਵੀ ਆਪਾਂ ਕੁਝ ਨਵਾਂ ਸਿਰਜਦੇ ਹਾਂ ਜਾਂ ਕੋਈ ਨਵੀਂ ਤਕਨੋਲੋਜੀ ਵਰਤਦੇ ਹਾਂ ਤਾਂ ਕੀ ਆਪਾਂ ਵਾਕਈ ਉਹਨਾਂ ਫालतू ਪਰਤਾਂ ਨੂੰ ਹਟਾ ਕੇ ਨੰਗੇ ਫਿਲਟਰ ਦੀ ਵਰਤੋਂ ਕਰ ਰਹੇ ਹਾਂ? ਕੀ ਸਾਡਾ ਤਰਕ ਇੰਨਾ ਮਜ਼ਬੂਤ ਹੈ ਕਿ ਉਸ ਨੂੰ ਕਿਸੇ ਹੋਰ ਬਿਲੋੜੀ ਸਜਾਵਟ ਦੀ ਲੋੜ ਹੀ ਨਾ ਪਵੇ? ਇਸੇ ਸਵਾਲ ਦੇ ਨਾਲ ਆਪਾਂ ਅੱਜ ਦੇ ਇਸ ਵਿਸ਼ਲੇਸ਼ਣ ਨੂੰ ਇੱਥੇ ਹੀ ਵਿਰਾਮ ਦਿੰਨੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤਰਕ ਦੇ ਇਸ ਸਫ਼ਰ ਨੇ ਤੁਹਾਨੂੰ ਵੀ ਕੁਝ ਨਵਾਂ ਅਤੇ ਸਪਸ਼ਟ ਸੋਚਣ ਦੀ ਪ੍ਰੇਰਣਾ ਜ਼ਰੂਰ ਦਿੱਤੀ ਹੋਵੇਗੀ।